मॉर्निंग स्टूडेंट्स। इकनॉमिक्स का लैसन फर्स्ट चल रहा है द स्टोरी ऑफ अ विलेज। उस दे विच आपां अलग अलग कंसैप्ट्स नूं क्लीयर किया है। लास्ट वीडियो दे विच आपां कैपीटल दे बारे पूंजी दे बारे गल कीती सी। तां हुण आपां गल करांगे मार्केटिंग ऑफ फार्म प्रोडक्ट। जदों फसल पक जाती है, हारवैसट हो जाती है, उस तो बाद उसकी मार्केटिंग किवें हुंदी है प्रोडक्ट की, तो उस दे बारे आपां अज डिस्कस करांगे। Middle and large scale farmers of the village keep a part of the crops for family consumption and sells the surplus produce in nearby मंडी। ਹੁਣ ਕੀ ਹੈ ਜੋ ਮਿਡਲ ਤੇ ਲਾਰਜ ਸਕੇਲ ਫਾਰਮਰ ਹੁੰਦੇ ਆ ਉਹ ਕਰੋਪਸ ਦਾ ਕੁਝ ਹਿੱਸਾ ਤਾਂ ਆਪਦੀ ਫੈਮਿਲੀ ਕੰਜ਼ੰਪਸ਼ਨ ਦੇ ਵਾਸਤੇ ਰੱਖ ਲੈਂਦੇ ਆ, ਫੈਮਿਲੀ ਦੇ ਵਰਤਨ ਦੇ ਵਾਸਤੇ ਰੱਖ ਲੈਂਦੇ ਆ। ਜੋ ਬਾਕੀ ਦਾ ਬਚਦਾ ਏ ਉਹ ਨੀਅਰ ਕਿਸੇ ਵੀ ਮੰਡੀ ਦੇ ਵਿੱਚ ਵੇਚ ਆਉਂਦੇ ਆ। ਬਟ small scale farmers have no surplus of wheat because their production is very small। ਸਮੋਲ ਸਕੇਲ ਜੋ ਫਾਰਮਰ ਹੁੰਦੇ ਆ ਉਹਨਾਂ ਕੋਲ ਕੋਈ ਵੀ ਵਾਧੂ ਜਿਹੜਾ ਹੈਗਾ ਇਹ ਵੀਟ ਨਹੀਂ ਹੁੰਦੀ ਕਿਉਂਕਿ ਉਹਨਾਂ ਦੀ ਪ੍ਰੋਡਕਸ਼ਨ ਵੀ ਸਮੋਲ ਹੁੰਦੀ ਹੈ। ਇਟ ਇਜ਼ ਯੂਜ਼ਡ ਫॉर देयर ਓਨ ਫੈਮਿਲੀ ਨੀਡਸ, ਅਤੇ ਇਹ ਉਹਦੀਆਂ ਜੋ ਉਹਨਾਂ ਦੀ ਫੈਮਿਲੀ ਹੁੰਦੀ ਆ ਉਹਨਾਂ ਦੀਆਂ ਜ਼ਰੂਰਤਾਂ ਦੇ ਵਾਸਤੇ ਹੀ ਮਸਾਂ ਪੂਰੀ ਆਉਂਦੀ ਹੈ, ਹੈ ਨਾ। So in this way medium and large scale farmers supply crops to the market। ਇਸ ਤਰੀਕੇ ਦੇ ਨਾਲ ਲਾਰਜ ਸਕੇਲ ਫਾਰਮਰ ਜਿਹੜੇ ਹੁੰਦੇ ਆ ਉਹ ਜੋ ਫਸਲਾਂ ਏ ਕ੍ਰੌਪਸ ਹੈ ਉਹ ਮਾਰਕੀਟ ਤੱਕ ਸਪਲਾਈ ਕਰਦੇ ਆ। they earn a lot by selling a part of these produce। ਉਹ ਬਹੁਤ ਸਾਰਾ ਜਿਹੜਾ ਹੈਗਾ ਏ ਕਮਾ ਲੈਂਦੇ ਆ ਇਸ ਫਸਲ ਨੂੰ ਵੇਚ ਕੇ। ਐਂਡ ਯੂਜ਼ ਦਾ ਸੇਵਿੰਗ ਫॉर ਲੈਂਡਿੰਗ ਟੂ ਸਮਾਲ ਫਾਰਮਰ ਹੂ ਆਰ ਨੀਡ ਆਫ ਲੋਨ। ਅਤੇ ਜੋ ਵੀ ਉਹਨਾਂ ਕੋਲ ਪੈਸਾ ਹੁੰਦਾ ਹੈ ਉਹ ਉਹਨਾਂ ਫਾਰਮਰਸ ਨੂੰ ਦਿੰਦੇ ਆ ਜਿਨ੍ਹਾਂ ਨੂੰ ਕਿ ਲੋਨਸ ਦੀ ਜ਼ਰੂਰਤ ਹੁੰਦੀ ਹੈ। ਦੇ ਆਲਸੋ ਯੂਜ਼ ਅ ਪਾਰਟ ਆਫ ਸੇਵਿੰਗ ਟੂ ਅਰੇਂਜ ਅ ਵਰਕਿੰਗ ਕੈਪੀਟਲ। ਨਾਲ ਜੋ ਲਾਰਜ ਅਤੇ ਮੀਡੀਅਮ ਸਕੇਲ ਫਾਰਮਰ ਹੁੰਦੇ ਆ ਜੋ ਉਹਨਾਂ ਦੀ ਸੇਵਿੰਗ ਹੁੰਦੀ ਆ ਉਸ ਨੂੰ ਕਿਵੇਂ ਯੂਜ਼ ਕਰਦੇ ਆ ਕੈਪੀਟਲ ਦੇ ਤੌਰ 'ਤੇ, ਤਾਂ ਜੋ ਜਿਹੜਾ ਹੈਗਾ ਇਹ ਵੀ ਨੈਕਸਟ ਸੀਜ਼ਨ ਦੇ ਵਿੱਚ ਜੋ ਅਸੀਂ ਫਸਲ ਉਗਾਉਣੀ ਆ ਉਸ ਦੇ ਲਈ ਕੈਪੀਟਲ ਅਰੇਂਜ ਕੀਤਾ ਜਾ ਸਕੇ, ਉਸ ਦੇ ਵਾਸਤੇ ਜੋ ਵੀ ਰॉ ਮਟੀਰੀਅਲ ਆ ਉਸ ਨੂੰ ਅਰੇਂਜ ਕੀਤਾ ਜਾ ਸਕੇ। ਸੋ ਇਸ ਤਰੀਕੇ ਦੇ ਨਾਲ ਜੋ ਪ੍ਰੋਡਕਟ ਹੈ ਉਸ ਦੀ ਮਾਰਕੀਟਿੰਗ ਕੀਤੀ ਜਾਂਦੀ ਹੈ। ਅੱਗੇ ਆਪਾਂ ਪੜ੍ਹਾਂਗੇ ਨੋਨ ਫਾਰਮਿੰਗ ਐਕਟੀਵਿਟੀਜ਼ ਇਨ ਦਾ ਵਿਲੇਜ। ਵਿਲੇਜ ਦੇ ਵਿੱਚ ਪਿੰਡਾਂ ਦੇ ਵਿੱਚ ਨੋਨ ਫਾਰਮਿੰਗ ਐਕਟੀਵਿਟੀਜ਼ ਕਿਹੜੀਆਂ ਹੁੰਦੀਆਂ। ਲੈਂਡਲੈਸ ਫੈਮਲੀਜ਼ ਇਨ ਦਾ ਵਿਲੇਜ earn their livelihood by engaging themselves in activities other than agriculture। ਜਿਨ੍ਹਾਂ ਲੋਕਾਂ ਕੋਲ ਜ਼ਮੀਨ ਨਹੀਂ ਹੁੰਦੀ ਉਹ ਆਪਦੀਆਂ ਜੋ ਵੀ ਆਪਦੀ ਅਰਨਿੰਗ ਆ ਉਹ ਕਿਵੇਂ ਕਮਾਉਂਦੇ ਆ, ਉਹ ਹੋਰ ਕੰਮ ਕਰ ਲੈਂਦੇ ਆ, ਹੋਰ ਕਿੱਤੇ ਕਰ ਲੈਂਦੇ ਆ, ਜਿਨ੍ਹਾਂ ਦੇ ਵਿੱਚੋਂ ਕੀ ਹੈ ਡਾਇਰੀ ਇਜ਼ ਵਨ ਸੱਚ ਕਾਮਨ ਐਕਟੀਵਿਟੀ ਆ। ਡਾਇਰੀ ਇੱਕ ਕਾਮਨ ਐਕਟੀਵਿਟੀ ਆ। Milk collect in large quantity is sold in the village itself and also in the collection cum chilling centers set up in nearby village from where the milk is transported to a far away towns and cities। ਇਹਦੀ ਡੈਰੀ ਫਾਰਮਿੰਗ ਵਿੱਚ ਕੀ ਹੁੰਦਾ ਹੈ ਇੱਕ ਥਾਂ 'ਤੇ ਪਿੰਡ ਦੇ ਵਿੱਚ ਮਿਲਕ ਇਕੱਠਾ ਕਰ ਲਿਆ ਜਾਂਦਾ ਹੈ ਜਿਹਨੂੰ ਕਿ ਪਿੰਡ ਦੇ ਵਿੱਚ ਵੀ ਵੇਚਿਆ ਜਾਂਦਾ ਹੈ, ਬਟ ਨਾਲ ਇਸ ਦੀ ਕੁਲੈਕਸ਼ਨ ਹੈ ਜਿਹੜੀ ਉਹ ਕਮ ਚਿਲਿੰਗ ਸੈਂਟਰ ਦੇ ਵਿੱਚ ਕੀਤੀ ਜਾਂਦੀ ਹੈ। ਮਤਲਬ ਵੱਡਾ ਜੋ ਡੇਅਰੀ ਫਾਰਮ ਹੁੰਦਾ ਉੱਥੇ ਕੀਤੀ ਜਾਂਦੀ ਹੈ ਜਿੱਥੇ ਕਿ ਇਸ ਨੂੰ ਜਿਹੜਾ ਹੈਗਾ ਇਹ ਹੋਰ ਵੱਡੇ ਸ਼ਹਿਰਾਂ ਅਤੇ ਟਾਊਨਸ ਤੱਕ ਇਸ ਨੂੰ ਟਰਾਂਸਪੋਰਟ ਕੀਤਾ ਜਾਂਦਾ ਹੈ ਉੱਥੋਂ। ਸਮ ਫੈਮਲੀਜ਼ ਆਰ ਇੰਗੇਜਡ ਇਨ ਪੋਲਟਰੀ ਫਾਰਮਿੰਗ। ਕੁਛ ਕੁ ਫੈਮਲੀਜ਼ ਆ ਜਿਹੜੀਆਂ ਪੋਲਟਰੀ ਫਾਰਮਿੰਗ ਮੁਰਗੀ ਖਾਨਾ ਬਣਾਉਣ ਦੇ ਵਿੱਚ, ਮੁਰਗੀ ਖਾਨੇ ਦੇ ਕੰਮ ਦੇ ਵਿੱਚ ਇੰਗੇਜਡ ਹੁੰਦੀਆਂ ਏ। ਐਂਡ ਕੀਪਿੰਗ ਆਫ ਬੀਜ਼, ਅਤੇ ਨਾਲ ਜਿਹੜਾ ਹੈਗਾ ਏ ਜੋ ਸ਼ਹਿਦ ਦੀਆਂ ਮੱਖੀਆਂ ਨੂੰ ਪਾਲਣਾ ਉਹ ਵਾਲੇ ਕਿੱਤੇ ਦੇ ਵਿੱਚ ਵੀ ਕਈ ਲੋਕ ਲੱਗੇ ਹੋਏ ਹੁੰਦੇ ਆ। ਸਮ ਫੈਮਲੀਜ਼ ਵਰਕ ਐਜ਼ ਕਾਰਪੇਂਟਰ, ਵੀਵਰ, ਸਮ ਆਰ ਈਵਨ ਰਨਿੰਗ ਸਮੋਲ ਜਰਨਲ ਸਟੋਰਸ ਇਨ ਦੇਅਰ ਹਾਊਸ। ਕੁਛ ਕੁ ਕਾਰਪੇਂਟਰ ਦਾ ਕੰਮ ਕਰਦੇ ਆ, ਵੀਵਰ ਦਾ ਕੰਮ ਕਰਦੇ ਆ, ਕੁਛ ਕੁ ਜਾਂ ਆਪਦੇ ਘਰ ਦੇ ਵਿੱਚ ਹੀ ਜਰਨਲ ਸਟੋਰ ਹੈ ਜਿਹੜੇ ਛੋਟੇ ਕਰਿਆਨੇ ਦੇ ਜਿਹੜੇ ਹੈਗੇ ਆ ਵੀ ਸ਼ੋਪਸ ਆ ਕਰਿਆਨੇ ਦੀਆਂ ਉਹ ਚਲਾ ਲੈਂਦੇ ਆ। ਦੇਅਰ ਇਜ਼ ਆਲਸੋ ਆ ਕੈਮਿਸਟ ਸ਼ੋਪ ਇਨ ਦਾ ਵਿਲੇਜ। ਦਾ ਥਰਡ ਕ੍ਰੋਪ ਗਰੋਨ ਬਾਏ ਵਿਲੇਜਰਸ ਬੀਂਗ ਸ਼ੂਗਰ ਕੇਨ। ਸਮ ਫੈਮਲੀਜ਼ ਆਲਸੋ ਪ੍ਰੋਡਿਊਸ ਜੈਗਰੀ। ਕੁਛ ਕੁ ਫੈਮਲੀਜ਼ ਜਿਹੜੀਆਂ ਹੈਗੀਆਂ ਜੈਗਰੀ ਵਗੈਰਾ, ਗੁੜ ਵਗੈਰਾ ਵੀ ਬਣਾਉਂਦੇ ਆ। ਐਂਡ ਸੈਲ ਦੈਮ ਟੂ ਦਾ ਟਰੇਡਰਸ, ਉਹ ਵਪਾਰੀਆਂ ਨੂੰ ਵੀ ਅੱਗੇ ਵੇਚੇ ਜਾਂਦੇ। Some very good families earn their livelihood by faring people and goods। ਇੱਕ ਥਾਂ ਤੋਂ ਦੂਜੀ ਥਾਂ 'ਤੇ ਚੀਜ਼ਾਂ ਨੂੰ ਤੇ ਲੋਕਾਂ ਨੂੰ ਪਹੁੰਚਾਉਣਾ ਥਰੋ ਦਾ ਰਿਕਸ਼ਾਜ਼, ਟਾਂਗਾਜ਼, ਬੁਲਕ ਕਾਰਸ ਐਕਸੈਕਟਰਾ। ਕੁਛ ਲੋਕ ਆਪਦੀ ਰਨਿੰਗ ਹੈ ਜਿਹੜੀ ਇਸ ਤਰੀਕੇ ਦੇ ਨਾਲ ਚੀਜ਼ਾਂ ਦੀ ਢੋਆ ਢੁਆਈ ਕਰਕੇ ਜਾਂ ਫਿਰ ਲੋਕਾਂ ਦੀ ਜਿਹੜੀ ਹੈਗੀ ਆ ਢੋਆ ਢੁਆਈ ਕਰਕੇ ਵੀ ਆਪਦੀ ਜਿਹੜੀ ਹੈਗੀ ਅਰਨਿੰਗ ਆ ਉਹ
ਕਮਾਉਂਦੇ ਆ। ਐਟ ਪ੍ਰੈਜ਼ੈਂਟ ਨੋਨ ਫਾਰਮਿੰਗ ਸੈਂਟਰ ਇਨ ਦਾ ਵਿਲੇਜ ਇਜ਼ ਨੋਟ ਵੈਰੀ ਲਾਰਜ। ਹੁਣ ਅੱਜ ਕੱਲ੍ਹ ਦੇ ਵਿੱਚ ਕੀ ਹੈ ਕਿ ਨੋਨ ਫਾਰਮਿੰਗ ਸੈਂਟਰ ਆ ਜਿਹੜੇ ਪਿੰਡਾਂ ਦੇ ਵਿੱਚ ਜ਼ਿਆਦਾਤਰ ਨਹੀਂ ਹੈਗੇ। ਆਊਟ ਆਫ ਦਾ 100 ਵਰਕਰਸ ਇਨ ਦਾ ਰੂਰਲ ਏਰੀਆ ਇਨ ਇੰਡੀਆ ਓਨਲੀ 24 ਆਰ ਇੰਗੇਜਡ ਇਨ ਨੋਨ ਫਾਰਮਿੰਗ। ਸਿਰਫ 24 ਹੀ ਹੈ ਜਿਹੜੇ ਨੋਨ ਫਾਰਮਿੰਗ ਦੇ ਵਿੱਚ ਇੰਗੇਜਡ ਹੈਗੇ ਆ। ਅਨਲਾਈਕ ਫਾਰਮਿੰਗ ਨੋਨ ਫਾਰਮਿੰਗ ਐਕਟੀਵਿਟੀ ਰਿਕੁਆਇਰ ਲਿਟਲ ਲੈਂਡ। ਹੁਣ ਫਾਰਮਿੰਗ ਦੇ ਵਾਂਗੂ ਹੀ ਨੋਨ ਫਾਰਮਿੰਗ ਐਕਟੀਵਿਟੀ ਵੀ ਕੀ ਚਾਹੀਦਾ ਉਹਦੇ ਵਾਸਤੇ ਵੀ ਥੋੜ੍ਹੀ ਜਿਹੀ ਲੈਂਡ ਚਾਹੀਦੀ ਹੈ। People can set up non-farming activities either from their savings or by taking loans। ਲੋਕ ਸੇਵਿੰਗਸ ਦੇ ਦੁਆਰਾ ਵੀ ਤੇ ਲੋਨ ਲੈ ਕੇ ਵੀ ਆਪਦੀਆਂ ਜੋ ਨੋਨ ਫਾਰਮਿੰਗ ਐਕਟੀਵਿਟੀਜ਼ ਆ ਉਹ ਸੈਟਅਪ ਕਰ ਸਕਦੇ ਆ। ਐਜ਼ ਮੋਰ ਵਿਲੇਜ ਗੈਟ ਕਨੈਕਟਡ ਟੂ ਦਾ ਟਾਊਨਸ ਐਂਡ ਸਿਟੀਜ਼ ਥਰੂ ਗੁੱਡ ਰੋਡਸ ਟਰਾਂਸਪੋਰਟਸ ਐਂਡ ਟੈਲੀਕਮਿਊਨੀਕੇਸ਼ਨ it is possible that the opportunities for non-farming activities in the village would increase in the coming years। ਹੁਣ ਜਿਸ ਤਰ੍ਹਾਂ ਦੇ ਨਾਲ ਟਾਊਨਸ ਸ਼ਹਿਰਾਂ ਨੂੰ ਪਿੰਡਾਂ ਦੇ ਨਾਲ ਜੋੜਿਆ ਜਾ ਰਿਹਾ ਹੈ ਰੋਡਸ ਦੇ ਦੁਆਰਾ ਜਾਂ ਟਰਾਂਸਪੋਰਟੇਸ਼ਨ ਵੱਧ ਰਹੀ ਹੈ ਟੈਲੀ ਕਮਿਊਨੀਕੇਸ਼ਨ ਵੱਧ ਰਿਹਾ ਹੈ ਉਹਦੇ ਨਾਲ ਕੀ ਹੋ ਰਿਹਾ ਹੈ ਉਹਦੇ ਨਾਲ ਜੋ ਨੋਨ ਫਾਰਮਿੰਗ ਐਕਟੀਵਿਟੀਜ਼ ਆ ਉਹ ਵੀ ਜ਼ਿਆਦਾਤਰ ਵਧਣ ਦੇ ਜੋ ਚਾਂਸਸ ਹੈਗੇ ਆ ਇਨ ਦਾ ਕਮਿੰਗ ਈਅਰਸ। ਸੋ ਨੋਨ ਫਾਰਮਿੰਗ ਐਕਟੀਵਿਟੀਜ਼ ਦੇ ਵਿੱਚ ਵੀ ਕਾਫੀ ਸਾਰੀਆਂ ਐਕਟੀਵਿਟੀਜ਼ ਆ ਜਾਂਦੀਆਂ ਜਿਨ੍ਹਾਂ ਤੋਂ ਲੋਕ ਜਿਹੜੇ ਹੈਗੇ ਆਪਦੀ ਉਪਜੀਵਿਕਾ ਕਮਾ ਸਕਦੇ ਆ। ਸੀ ਦ ਪਿਕਚਰ ਆਫ ਨੋਨ ਫਾਰਮਿੰਗ ਐਕਟੀਵਿਟੀਜ਼ ਜਿਸ ਤਰ੍ਹਾਂ ਪੋਲਟਰੀ ਫਾਰਮਿੰਗ ਹੈ ਡਾਇਰੀ ਫਾਰਮਿੰਗ ਦਾ ਕੰਮ ਕਰਦੇ ਜਾਂ ਲੋਕ ਕਰਿਆਨਾ ਸਟੋਰਸ ਹੁੰਦੇ ਆ ਜਾਂ ਫਿਰ ਜਿਹੜੇ ਹੈਗੇ ਆ ਹੋਰ ਕੋਈ ਕੈਮਿਸਟ ਦੀ ਦੁਕਾਨ ਹੋ ਗਈ ਜਿਵੇਂ ਜੈਗਰੀ ਬਣਾ ਰਹੇ ਆ ਜਾਂ ਜੋ ਬੀਜ਼ ਦਾ ਧੰਦਾ ਹੈ ਜਿਹੜਾ ਉਹ ਕਰ ਰਹੇ ਸ਼ਹਿਦ ਦੀਆਂ ਮੱਖੀਆਂ ਦਾ। ਤਾਂ ਇਸ ਤਰੀਕੇ ਦੇ ਨਾਲ ਲੋਕ ਬਹੁਤ ਸਾਰੀਆਂ ਨੋਨ ਫਾਰਮਿੰਗ ਐਕਟੀਵਿਟੀਜ਼ ਕਰਦੇ ਆ। ਸੋ ਆਪਾਂ ਕੀ ਕੀਤਾ ਸੀ ਆਪਾਂ ਜਿਹੜਾ ਹੈਗਾ ਇਸ ਚੈਪਟਰ ਦੇ ਵਿੱਚ ਪ੍ਰੋਡਕਸ਼ਨ ਦੇ ਜੋ ਫੈਕਟਰ ਹੈ ਉਹ ਪੜ੍ਹੇ ਆ ਲੈਂਡ ਲੇਬਰ ਕੈਪੀਟਲ ਜਿਹੜੇ ਕਿ ਫਾਰਮਿੰਗ ਦੇ ਵਿੱਚ ਯੂਜ਼ ਹੁੰਦੇ ਆ। ਬਟ ਇਹਨਾਂ ਦੇ ਵਿੱਚੋਂ ਆਪਾਂ ਇਹ ਜਿਹੜਾ ਹੈਗਾ ਕਨਕਲੂਜਨ ਕੱਢਿਆ ਕਿ ਇਟ ਇਜ਼ ਵੈਰੀ ਡਿਫੀਕਲਟ ਟੂ ਸੇ ਐਜ਼ ਟੂ ਵਿਚ ਫੈਕਟਰ ਆਫ ਪ੍ਰੋਡਕਸ਼ਨ ਇਜ਼ ਮੋਰ ਇੰਪੋਰਟੈਂਟ। ਕਿਹੜਾ ਫੈਕਟਰ ਹੈ ਪ੍ਰੋਡਕਸ਼ਨ ਦਾ ਜਿਹੜਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਸ ਨੂੰ ਜਿਹੜਾ ਹੈਗਾ ਇਸ ਦਾ ਜੋ ਸਪਸ਼ਟ ਨਹੀਂ ਕਿਹਾ ਜਾ ਸਕਦਾ। ਆਲ ਫੈਕਟਰਸ ਆਰ ਇੰਪੋਰਟੈਂਟ ਤਿੰਨੋਂ ਹੀ ਫੈਕਟਰ ਬਹੁਤ ਇੰਪੋਰਟੈਂਟ ਹੈ। ਦੋ ਦਾ ਡਿਗਰੀ ਆਫ ਇੰਪੋਰਟੈਂਸ ਮੇ ਬੀ ਡਿਫਰੈਂਟ ਅੰਡਰ ਦਾ ਡਿਫਰੈਂਟ ਸਰਕਮਸਟਾਂਸਸ। ਇਹ ਜ਼ਰੂਰ ਹੋ ਸਕਦਾ ਕਿ ਇਹਨਾਂ ਦੀ ਇੰਪੋਰਟੈਂਸ ਦਾ ਜੋ ਸਕੇਲ ਹੈ ਉਹ ਡਿਫਰੈਂਟ ਹੋ ਸਕਦਾ ਹੈ ਅਲੱਗ-ਅਲੱਗ ਹਾਲਾਤਾਂ ਦੇ ਵਿੱਚ ਅਲੱਗ-ਅਲੱਗ ਸਰਕਮਸਟਾਂਸਸ ਦੇ ਵਿੱਚ।